ਬੱਚਿਓ, ਰੋਜ਼ਾਨਾ ਜ਼ਿੰਦਗੀ ਵਿੱਚ ਗਤੀ ਦੀ ਕਿੰਨੀ ਮਹੱਤਤਾ ਹੈ, ਇਹ ਤੁਸੀਂ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ। ਜ਼ਿੰਦਗੀ ਨਾਲ ਜੁੜੀ ਹੋਈ ਇਹ ਰੇਖਾ ਜੋ ਲਗਾਤਾਰ ਗਤੀ ਕਰ ਰਹੀ ਹੈ, ਜ਼ਿੰਦਗੀ ਦੀ ਹੋਂਦ ਨੂੰ ਦਰਸਾਉਂਦੀ ਹੈ। ਇਸ ਰੇਖਾ ਦਾ ਰੁਕਣਾ ਮੌਤ ਨੂੰ ਦਰਸਾਉਂਦਾ ਹੈ। ਸਾਡੀਆਂ ਨਾੜੀਆਂ ਵਿੱਚ ਲਗਾਤਾਰ ਖੂਨ ਦਾ ਗਤੀ ਕਰਨਾ ਸਾਡੇ ਜ਼ਿੰਦਾ ਹੋਣ ਦੀ ਨਿਸ਼ਾਨੀ ਹੈ। ਤੁਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਆਪਣੇ ਆਸੇ-ਪਾਸੇ ਝਾਤ ਮਾਰੋ ਤਾਂ ਹਰ ਚੀਜ਼ ਗਤੀ ਕਰਦੀ ਹੋਈ ਹੀ ਵਧੀਆ ਲੱਗਦੀ ਹੈ। ਜਿਸ ਹਵਾ ਵਿੱਚ ਅਸੀਂ ਸਾਹ ਲੈਂਦੇ ਹਾਂ, ਇਹ ਹਵਾ ਗਤੀ ਕਰ ਰਹੀ ਹੈ। ਇਸ ਦੀ ਗਤੀ ਦਾ ਅੰਦਾਜ਼ਾ ਧੂੜ ਕਣਾਂ ਦੇ ਉੱਡਣ ਨਾਲ, ਪੌਣਾ, ਰੁੱਖਾਂ ਦੀਆਂ ਟਾਹਣੀਆਂ ਅਤੇ ਪੱਤਿਆਂ ਦੀ ਹਿਲਜੁਲ ਤੋਂ ਲਗਾਉਂਦੇ ਹਾਂ। ਇੱਥੋਂ ਤੱਕ ਕਿ ਛੋਟੇ ਤੋਂ ਛੋਟਾ ਕਣ, ਜਿਸ ਨੂੰ ਅਸੀਂ ਪਰਮਾਣੂ ਆਖਦੇ ਹਾਂ, ਗਤੀ ਕਰਦਾ ਹੈ। ਪਰਮਾਣੂ, ਅਣੂ, ਤਾਰੇ, ਆਕਾਸ਼ ਗੰਗਾ ਸਾਰੇ ਹੀ ਗਤੀ ਅਵਸਥਾ ਵਿੱਚ ਹਨ। ਤੁਸੀਂ ਕਦੇ ਸੋਚਿਆ ਹੈ ਕਿ ਦਿਨ ਅਤੇ ਰਾਤ, ਮੌਸਮ ਵਿੱਚ ਤਬਦੀਲੀ, ਇਹ ਸਭ ਕਿਉਂ ਵਾਪਰਦੇ ਹਨ? ਇਹ ਸਭ ਧਰਤੀ ਦੀ ਗਤੀ ਕਾਰਨ ਵਾਪਰਦੇ ਹਨ। ਪਰ ਸਾਨੂੰ ਧਰਤੀ ਗਤੀ ਕਰਦੀ ਪ੍ਰਤੀਤ ਨਹੀਂ ਹੁੰਦੀ, ਕਿਉਂਕਿ ਅਸੀਂ ਧਰਤੀ ਦੇ ਨਾਲ ਹੀ ਗਤੀ ਅਵਸਥਾ ਵਿੱਚ ਹਾਂ। ਇਸ ਲਈ ਬੱਚਿਓ, ਗਤੀ ਅਵਸਥਾ ਉਦੋਂ ਹੀ ਪ੍ਰਤੀਤ ਹੁੰਦੀ ਹੈ ਜਦੋਂ ਉਸ ਨੂੰ ਵਿਰਾਮ ਅਵਸਥਾ ਵਿੱਚ ਬੈਠ ਕੇ ਦੇਖਿਆ ਜਾਵੇ। ਧਰਤੀ ਦੀ ਗਤੀ ਕਿਸੇ ਹੋਰ ਗ੍ਰਹਿ ਤੋਂ ਆਸਾਨੀ ਨਾਲ ਦੇਖੀ ਜਾ ਸਕਦੀ ਹੈ। ਜਿਵੇਂ ਚਲਦੀ ਬੱਸ ਵਿੱਚ ਬੈਠੇ ਹੋਏ ਯਾਤਰੀ ਇੱਕ ਦੂਜੇ ਦੇ ਅਨੁਸਾਰ ਆਰਾਮ ਅਵਸਥਾ ਵਿੱਚ ਹਨ, ਪਰ ਚਲਦੀ ਹੋਈ ਬੱਸ ਤੋਂ ਬਾਹਰ ਖੜੇ ਕਿਸੇ ਵਿਅਕਤੀ ਲਈ ਉਹ ਗਤੀ ਅਵਸਥਾ ਵਿੱਚ ਹਨ। ਇਸ ਤਰ੍ਹਾਂ ਬੱਚਿਓ, ਇਸ ਲੈਸਨ ਵਿੱਚ ਅਸੀਂ ਹਰ ਤਰ੍ਹਾਂ ਦੀ ਗਤੀ ਬਾਰੇ ਪੜ੍ਹਾਂਗੇ ਅਤੇ ਉਹਨਾਂ ਨੂੰ ਕਾਗਜ਼ ਉੱਤੇ ਗ੍ਰਾਫ ਰਾਹੀਂ ਕਿਵੇਂ ਸਮਝਾਇਆ ਜਾਂਦਾ ਹੈ, ਇਹ ਵੀ ਸਿੱਖਾਂਗੇ। ਬੱਚਿਓ, ਗਤੀ ਨੂੰ ਸਮਝਣ ਲਈ ਆਓ ਇੱਕ ਉਦਾਹਰਣ ਦੇਖੀਏ। ਮੰਨ ਲਓ ਤੁਸੀਂ ਚਾਰ ਦੋਸਤ ABCD ਟੇਬਲ ਦੇ ਚਾਰ ਪਾਸਿਆਂ ਤੇ ਬੈਠੇ ਹੋ। ਟੇਬਲ ਉੱਤੇ ਇੱਕ ਚਿੱਟਾ ਕੱਪੜਾ ਵਿਛਾਓ ਜਿਸ ਤੇ ਕੋਈ ਨਿਸ਼ਾਨ ਨਾ ਲੱਗਿਆ ਹੋਵੇ। ਹੁਣ ਇੱਕ ਕੀੜੀ ਟੇਬਲ ਦੇ ਇੱਕ ਕੋਨੇ ਤੇ ਰੱਖੋ ਅਤੇ ਉਸ ਦੀ ਗਤੀ ਨੂੰ ਇੱਕ-ਇੱਕ ਕਰਕੇ ਦੱਸੋ। A ਦੇ ਅਨੁਸਾਰ ਕੀੜੀ ਸੱਜੇ ਪਾਸੇ ਨੂੰ ਚੱਲ ਰਹੀ ਹੈ। B ਦੇ ਅਨੁਸਾਰ ਕੀੜੀ ਖੱਬੇ ਪਾਸੇ ਨੂੰ ਚੱਲ ਰਹੀ ਹੈ ਅਤੇ C ਦੇ ਅਨੁਸਾਰ ਕੀੜੀ ਉਸ ਵੱਲ ਆ ਰਹੀ ਹੈ ਅਤੇ D ਕਹਿ ਰਿਹਾ ਹੈ ਕਿ ਕੀੜੀ ਉਸ ਤੋਂ ਦੂਰ ਜਾ ਰਹੀ ਹੈ। ਇਹਨਾਂ ਗੱਲਾਂ ਤੋਂ ਬਾਅਦ ਕੀੜੀ ਦੀ ਅਸਲ ਗਤੀ ਜਾਣਨ ਲਈ ਟੇਬਲ ਦੇ ਵਿਚਕਾਰ ਇੱਕ ਨਿਸ਼ਾਨ ਲਗਾਓ। ਉਸ ਨਿਸ਼ਾਨ ਨੂੰ ਕੱਟਦੀਆਂ ਹੋਈਆਂ ਦੋ ਲੰਬਾਤਮਕ ਰੇਖਾਵਾਂ ਖਿੱਚੋ। ਉਹਨਾਂ ਉੱਤੇ ਪੂਰਬ, ਪੱਛਮ, ਉੱਤਰ ਅਤੇ ਦੱਖਣ ਦਿਸ਼ਾਵਾਂ ਅੰਕਿਤ ਕਰੋ। ਇਸ ਤਰ੍ਹਾਂ ਕਰਨ ਨਾਲ ਅਸੀਂ ਕੀੜੀ ਦੀ ਗਤੀ ਨੂੰ ਆਸਾਨੀ ਨਾਲ ਸਮਝਾ ਸਕਾਂਗੇ। ਹੁਣ ਜੇ ਇੱਕ ਜਣਾ ਕੀੜੀ ਦੀ ਗਤੀ ਦੱਸੇਗਾ ਤਾਂ ਉਹ ਸਾਰਿਆਂ ਲਈ ਠੀਕ ਹੋਵੇਗੀ। ਬੱਚਿਓ, ਇਸ ਉਦਾਹਰਣ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਸੇ ਵੀ ਗਤੀ ਨੂੰ ਸਮਝਣ ਲਈ ਨਿਰਦੇਸ਼ ਬਿੰਦੂ ਨਿਰਧਾਰਿਤ ਕਰਨਾ ਕਿੰਨਾ ਜ਼ਰੂਰੀ ਹੈ। ਆਓ ਹੁਣ ਅਸੀਂ ਸਰਲ ਰੇਖੀ ਗਤੀ ਨੂੰ ਸਮਝੀਏ। ਇਸ ਦੇ ਲਈ ਮੰਨ ਲਓ ਇੱਕ ਕਾਰ ਸਰਲ ਰੇਖੀ ਪਥ ਤੇ ਚੱਲ ਰਹੀ ਹੈ। ਉਸ ਸਰਲ ਰੇਖੀ ਪਥ ਨੂੰ ਸੰਖਿਆਤਮਕ ਰੇਖਾ ਬਣਾਓ। ਮੰਨ ਲਓ ਕਿ ਕਾਰ ਨਿਸ਼ਚਿਤ ਬਿੰਦੂ O ਤੋਂ ਸ਼ੁਰੂ ਹੋ ਕੇ C ਅਤੇ B ਨੂੰ ਪਾਰ ਕਰਦੀ ਹੋਈ ਅੰਤ ਵਿੱਚ ਬਿੰਦੂ A ਤੱਕ ਪਹੁੰਚਦੀ ਹੈ। ਫਿਰ A ਤੋਂ ਵਾਪਸ ਇਹ ਕਾਰ C ਬਿੰਦੂ ਤੱਕ ਆਉਂਦੀ ਹੈ। ਕਾਰ ਦੁਆਰਾ ਤੈਅ ਕੀਤੀ ਗਈ ਕੁੱਲ ਦੂਰੀ OA ਜਮਾ AC ਹੈ, ਭਾਵ 60 ਕਿਲੋਮੀਟਰ ਜਮਾ 35 ਕਿਲੋਮੀਟਰ ਬਰਾਬਰ 95 ਕਿਲੋਮੀਟਰ ਹੈ। ਬੱਚਿਓ, ਇਹ ਕਾਰ ਦੁਆਰਾ ਤੈਅ ਕੀਤੀ ਗਈ ਕੁੱਲ ਦੂਰੀ ਹੈ। ਇਸ ਨੂੰ ਸਾਇੰਸ ਦੀ ਭਾਸ਼ਾ ਵਿੱਚ ਦੂਰੀ ਕਿਹਾ ਜਾਂਦਾ ਹੈ। ਦੂਰੀ ਨੂੰ ਦਰਸਾਉਣ ਲਈ ਸਾਨੂੰ ਕੇਵਲ ਸੰਖਿਆਤਮਕ ਮਾਨ ਦੀ ਲੋੜ ਹੁੰਦੀ ਹੈ।
ਦੂਰੀ ਨੂੰ ਦਰਸਾਉਣ ਲਈ ਦਿਸ਼ਾ ਦੀ ਜ਼ਰੂਰਤ ਨਹੀਂ ਹੁੰਦੀ। ਪਰ ਬੱਚਿਓ, ਜੇ ਅਸੀਂ ਕਾਰ ਦੀ ਆਰੰਭਿਕ ਸਥਿਤੀ ਅਤੇ ਅੰਤਿਮ ਸਥਿਤੀ ਨੂੰ ਦੇਖੀਏ ਤਾਂ ਇਸ ਦੀ ਮਾਤਰਾ ਸਿਰਫ 25 ਕਿਲੋਮੀਟਰ ਹੈ। ਇਸ ਦੀ ਸਾਇੰਸ ਦੀ ਭਾਸ਼ਾ ਵਿੱਚ ਇਸ ਨੂੰ ਵਿਸਥਾਪਨ ਕਿਹਾ ਜਾਂਦਾ ਹੈ। ਇਸ ਦਾ ਭਾਵ ਹੈ ਕਿ ਵਸਤੂ ਦੀ ਪਹਿਲੀ ਅਤੇ ਅੰਤਿਮ ਸਥਿਤੀ ਦੇ ਵਿਚਕਾਰ ਛੋਟੀ ਤੋਂ ਛੋਟੀ ਮਾਪੀ ਗਈ ਦੂਰੀ ਵਿਸਥਾਪਨ ਦਰਸਾਉਣ ਲਈ ਗਤੀ ਦੀ ਮਾਤਰਾ ਅਤੇ ਦਿਸ਼ਾ ਦੋਨਾਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਜਿਵੇਂ ਕਿ ਤੁਸੀਂ ਦੇਖੋਗੇ ਕਿ ਕਾਰ ਦੀ ਗਤੀ ਦਰਸਾਉਣ ਲਈ ਉਸਨੇ ਦੂਰੀ ਤਾਂ 95 ਕਿਲੋਮੀਟਰ ਤੈਅ ਕੀਤੀ, ਪਰ ਉਸ ਦਾ ਵਿਸਥਾਪਨ ਕੇਵਲ 25 ਕਿਲੋਮੀਟਰ ਹੈ। ਇਸ ਤਰ੍ਹਾਂ ਕਾਰ ਦੀ ਤੈਅ ਕੀਤੀ ਗਈ ਦੂਰੀ ਅਤੇ ਵਿਸਥਾਪਨ ਦੀ ਮਾਤਰਾ ਬਰਾਬਰ ਨਹੀਂ ਹੈ। ਜੇ ਇਹ ਕਾਰ ਚਲਦੀ ਹੋਈ ਦੁਬਾਰਾ ਆਪਣੇ ਸ਼ੁਰੂਆਤੀ ਬਿੰਦੂ ਤੇ ਪਹੁੰਚਦੀ ਹੈ ਤਾਂ ਇਸ ਦਾ ਵਿਸਥਾਪਨ 0 ਹੋ ਜਾਵੇਗਾ, ਪਰੰਤੂ ਇਸ ਦੀ ਦੂਰੀ 120 ਕਿਲੋਮੀਟਰ ਹੋਵੇਗੀ। ਹੁਣ ਜੇ ਇਹ ਮੰਨੀਏ ਕਿ ਕਾਰ 0 ਤੋਂ ਚੱਲ ਕੇ A ਤੱਕ ਪਹੁੰਚੀ ਹੈ ਤਾਂ ਇਸ ਸਥਿਤੀ ਵਿੱਚ ਕਾਰ ਦੁਆਰਾ ਤੈਅ ਕੀਤੀ ਗਈ ਦੂਰੀ ਅਤੇ ਵਿਸਥਾਪਨ ਦੋਵੇਂ 60 ਕਿਲੋਮੀਟਰ ਹਨ। ਇਸ ਤਰ੍ਹਾਂ ਬੱਚਿਓ, ਅਸੀਂ ਕਹਿ ਸਕਦੇ ਹਾਂ ਕਿ ਵਿਸਥਾਪਨ ਦੂਰੀ ਦੇ ਬਰਾਬਰ ਤਾਂ ਹੋ ਸਕਦਾ ਹੈ, ਪਰ ਉਸ ਤੋਂ ਵੱਡਾ ਨਹੀਂ ਹੋ ਸਕਦਾ। ਬੱਚਿਓ, ਜਦੋਂ ਕੋਈ ਵਸਤੂ ਬਰਾਬਰ ਸਮੇਂ ਅੰਤਰਾਲਾਂ ਵਿੱਚ ਬਰਾਬਰ ਦੂਰੀ ਤੈਅ ਕਰਦੀ ਹੈ ਤਾਂ ਉਸ ਦੀ ਗਤੀ ਨੂੰ ਇੱਕ ਸਮਾਨ ਗਤੀ ਕਿਹਾ ਜਾਂਦਾ ਹੈ। ਪਰੰਤੂ ਜੇਕਰ ਕੋਈ ਵਸਤੂ ਸਮਾਨ ਸਮੇਂ ਅੰਤਰਾਲਾਂ ਵਿੱਚ ਅਸਮਾਨ ਦੂਰੀ ਤੈਅ ਕਰਦੀ ਹੈ ਤਾਂ ਉਸ ਨੂੰ ਅਸਮਾਨ ਗਤੀ ਕਿਹਾ ਜਾਂਦਾ ਹੈ। ਆਓ ਇਸ ਨੂੰ ਇੱਕ ਉਦਾਹਰਣ ਨਾਲ ਸਮਝੀਏ। ਮੰਨ ਲਓ ਕਿ ਇੱਕ ਕਾਰ 8 ਸੈਕਿੰਡ ਵਿੱਚ 16 ਮੀਟਰ ਦੂਰੀ ਤੈਅ ਕਰਦੀ ਹੈ। ਇਹ ਕਾਰ ਨਿਸ਼ਚਿਤ ਬਿੰਦੂ ਤੋਂ ਸ਼ੁਰੂ ਹੋ ਕੇ 2 ਸੈਕਿੰਡ ਵਿੱਚ 4 ਮੀਟਰ ਦੂਰੀ ਤੈਅ ਕਰਕੇ ਬਿੰਦੂ A ਤੱਕ ਪਹੁੰਚਦੀ ਹੈ ਅਤੇ ਅਗਲੇ 2 ਸੈਕਿੰਡ ਵਿੱਚ ਇਹ 4 ਮੀਟਰ ਦੂਰੀ ਤੈਅ ਕਰਕੇ ਨਿਸ਼ਚਿਤ ਬਿੰਦੂ O ਤੋਂ 8 ਮੀਟਰ ਦੀ ਦੂਰੀ ਤੇ ਬਿੰਦੂ B ਤੱਕ ਪਹੁੰਚਦੀ ਹੈ। ਅਗਲੇ 2 ਸੈਕਿੰਡ ਵਿੱਚ ਵੀ ਇਹ 4 ਮੀਟਰ ਦੂਰੀ ਤੈਅ ਕਰਕੇ ਬਿੰਦੂ C ਤੱਕ ਪਹੁੰਚਦੀ ਹੈ। ਇਸ ਤਰ੍ਹਾਂ ਬੱਚਿਓ, ਇਹ ਹਰ 2 ਸੈਕਿੰਡ ਵਿੱਚ 4 ਮੀਟਰ ਦੂਰੀ ਤੈਅ ਕਰਕੇ ਆਪਣੀ ਕੁੱਲ ਦੂਰੀ 16 ਮੀਟਰ, ਜੋ ਕਿ ਬਿੰਦੂ O ਤੋਂ D ਤੱਕ ਹੈ, ਤੈਅ ਕਰਦੀ ਹੈ। ਤੁਸੀਂ ਦੇਖ ਰਹੇ ਹੋ ਕਿ ਕਾਰ ਨੇ ਕੁੱਲ 16 ਮੀਟਰ ਦੂਰੀ 8 ਸੈਕਿੰਡ ਵਿੱਚ ਤੈਅ ਕੀਤੀ ਅਤੇ ਹਰ 2 ਸੈਕਿੰਡ ਵਿੱਚ ਇਸ ਨੇ 4 ਮੀਟਰ ਦੂਰੀ ਤੈਅ ਕੀਤੀ। ਇਸ ਦਾ ਭਾਵ ਹੈ ਕਿ ਦੂਰੀ ਅਤੇ ਸਮਾਂ ਇੱਕ ਦੂਸਰੇ ਦੇ ਸਿੱਧਾ ਅਨੁਪਾਤੀ ਹਨ। ਇਸ ਤਰ੍ਹਾਂ ਦੀ ਗਤੀ ਜਿਸ ਵਿੱਚ ਬਰਾਬਰ ਸਮੇਂ ਅੰਤਰਾਲਾਂ ਵਿੱਚ ਬਰਾਬਰ ਦੂਰੀ ਤੈਅ ਕੀਤੀ ਜਾਂਦੀ ਹੈ, ਉਸ ਨੂੰ ਇੱਕ ਸਮਾਨ ਗਤੀ ਕਿਹਾ ਜਾਂਦਾ ਹੈ। ਹੁਣ ਅਸੀਂ ਦੂਸਰੀ ਉਦਾਹਰਣ ਲਵਾਂਗੇ। ਮੰਨ ਲਓ ਇੱਕ ਕਾਰ 8 ਸੈਕਿੰਡ ਵਿੱਚ 16 ਮੀਟਰ ਦੂਰੀ ਤੈਅ ਕਰਦੀ ਹੈ। ਇਸ ਵਿੱਚ ਕਾਰ O ਨਿਸ਼ਚਿਤ ਬਿੰਦੂ ਤੋਂ ਸ਼ੁਰੂ ਹੋ ਕੇ 2 ਸੈਕਿੰਡ ਵਿੱਚ 2 ਮੀਟਰ ਦੂਰੀ ਤੈਅ ਕਰਕੇ ਬਿੰਦੂ A ਤੱਕ ਪਹੁੰਚਦੀ ਹੈ। ਇਸ ਤੋਂ ਬਾਅਦ ਇਹ ਅਗਲੇ 2 ਸੈਕਿੰਡ ਵਿੱਚ 6 ਮੀਟਰ ਦੂਰੀ ਤੈਅ ਕਰਕੇ ਬਿੰਦੂ B ਤੱਕ ਪਹੁੰਚਦੀ ਹੈ। ਅਗਲੇ 2 ਸੈਕਿੰਡ ਵਿੱਚ ਇਹ 3 ਮੀਟਰ ਦੂਰੀ ਤੈਅ ਕਰਕੇ ਬਿੰਦੂ C ਤੱਕ ਪਹੁੰਚਦੀ ਹੈ ਅਤੇ ਅੰਤ ਵਿੱਚ 5 ਮੀਟਰ ਦੂਰੀ ਤੈਅ ਕਰਕੇ ਬਿੰਦੂ D ਤੱਕ ਪਹੁੰਚਦੀ ਹੈ। ਕਾਰ ਨੇ ਕੁੱਲ 16 ਮੀਟਰ ਦੂਰੀ 8 ਸੈਕਿੰਡ ਵਿੱਚ ਤੈਅ ਕੀਤੀ, ਪਰੰਤੂ ਬੱਚਿਓ, ਕਾਰ ਨੇ ਬਰਾਬਰ ਸਮੇਂ ਅੰਤਰਾਲਾਂ ਵਿੱਚ ਅਲੱਗ-ਅਲੱਗ ਦੂਰੀਆਂ ਤੈਅ ਕੀਤੀਆਂ। ਇਸ ਤਰ੍ਹਾਂ ਦੀ ਗਤੀ ਨੂੰ ਅਸਮਾਨ ਗਤੀ ਕਿਹਾ ਜਾਂਦਾ ਹੈ। ਕਿਸੇ ਵਸਤੂ ਦੀ ਗਤੀ ਦੀ ਦਰ ਹੋਰ ਵੀ ਜ਼ਿਆਦਾ ਵਿਆਪਕ ਹੋ ਸਕਦੀ ਹੈ।
ਜੇਕਰ ਅਸੀਂ ਉਸ ਦੀ ਚਾਲ ਦੇ ਨਾਲ-ਨਾਲ ਦਿਸ਼ਾ ਨੂੰ ਵੀ ਬਿਆਨ ਕਰੀਏ। ਉਹ ਰਾਸ਼ੀ ਜੋ ਇਹਨਾਂ ਦੋਵਾਂ ਪੱਖਾਂ ਨੂੰ ਬਿਆਨ ਕਰਦੀ ਹੈ। ਇਸ ਲਈ ਇੱਕ ਨਿਸ਼ਚਿਤ ਦਿਸ਼ਾ ਵਿੱਚ ਚਾਲ ਨੂੰ ਵੇਗ ਕਹਿੰਦੇ ਹਨ। ਕਿਸੇ ਵਸਤੂ ਦਾ ਵੇਗ ਇੱਕ ਸਮਾਨ ਜਾਂ ਅਸਮਾਨ ਹੋ ਸਕਦਾ ਹੈ। ਵੇਗ ਵਸਤੂ ਦੀ ਚਾਲ, ਗਤੀ ਦੀ ਦਿਸ਼ਾ ਜਾਂ ਦੋਨਾਂ ਦੇ ਬਦਲਣ ਨਾਲ ਬਦਲ ਸਕਦਾ ਹੈ। ਜਦੋਂ ਕੋਈ ਵਸਤੂ ਸਰਲ ਰੇਖਾ ਵਿੱਚ ਬਦਲਦੀ ਹੋਈ ਚਾਲ ਦੇ ਨਾਲ ਗਤੀ ਕਰਦੀ ਹੈ, ਉਦੋਂ ਅਸੀਂ ਇਸ ਦੀ ਗਤੀ ਦੀ ਮਾਤਰਾ ਨੂੰ ਔਸਤ ਵੇਗ ਦੁਆਰਾ ਦਰਸਾ ਸਕਦੇ ਹਾਂ। ਇਸ ਦਾ ਹੱਲ ਔਸਤ ਚਾਲ ਦੇ ਨਾਲ ਹੱਲ ਦੇ ਸਮਾਨ ਹੀ ਹੁੰਦਾ ਹੈ। ਜੇਕਰ ਕਿਸੇ ਵਸਤੂ ਦਾ ਵੇਗ ਇੱਕ ਸਮਾਨ ਦਰ ਨਾਲ ਬਦਲਦਾ ਹੈ, ਉਦੋਂ ਔਸਤ ਵੇਗ ਦਿੱਤੇ ਗਏ ਸਮੇਂ ਵਿੱਚ ਮੁੱਢਲੇ ਆਰੰਭਿਕ ਵੇਗ ਅਤੇ ਅੰਤਿਮ ਵੇਗ ਦੇ ਔਸਤ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਬੱਚਿਓ, ਫਾਰਮੂਲਾ ਵਿੱਚ V ਐਵਰੇਜ ਔਸਤ ਵੇਗ ਹੈ, U ਵਸਤੂ ਦਾ ਆਰੰਭਿਕ ਵੇਗ ਅਤੇ V ਵਸਤੂ ਦਾ ਅੰਤਿਮ ਵੇਗ ਹੈ। ਚਾਲ ਅਤੇ ਵੇਗ ਦੋਨਾਂ ਦੀ ਇਕਾਈ ਸਮਾਨ ਹੁੰਦੀ ਹੈ, ਭਾਵ ਮੀਟਰ ਪਰ ਸੈਕਿੰਡ। ਕਿਸੇ ਵਸਤੂ ਦੀ ਇੱਕ ਸਮਾਨ ਸਰਲ ਰੇਖੀ ਗਤੀ ਦੇ ਦੌਰਾਨ ਵੇਗ ਸਮੇਂ ਦੇ ਨਾਲ ਸਥਿਰ ਰਹਿੰਦਾ ਹੈ। ਇਸ ਅਵਸਥਾ ਵਿੱਚ ਕਿਸੇ ਵੀ ਸਮੇਂ ਅੰਤਰਾਲ ਵਿੱਚ ਵਸਤੂ ਦੇ ਵੇਗ ਵਿੱਚ ਅੰਤਰ 0 ਹੁੰਦਾ ਹੈ, ਪਰੰਤੂ ਅਸਮਾਨ ਵੇਗ ਗਤੀ ਵਿੱਚ ਵੇਗ ਸਮੇਂ ਦੇ ਨਾਲ ਬਦਲਦਾ ਹੈ। ਇਸ ਤਰ੍ਹਾਂ ਕਿਸੇ ਵੀ ਸਮਾਨ ਅੰਤਰਾਲ ਤੇ ਵਸਤੂ ਦੇ ਵੇਗ ਵਿੱਚ ਪਰਿਵਰਤਨ 0 ਨਹੀਂ ਹੁੰਦਾ। ਇਸ ਲਈ ਬੱਚਿਓ, ਇੱਕ ਹੋਰ ਭੌਤਿਕ ਰਾਸ਼ੀ ਪ੍ਰਵੇਗ ਬਾਰੇ ਜਾਣਨਾ ਹੋਵੇਗਾ, ਜੋ ਕਿ ਇੱਕ ਵਸਤੂ ਦੇ ਇਕਾਈ ਸਮੇਂ ਵਿੱਚ ਵੇਗ ਦੇ ਪਰਿਵਰਤਨ ਦਾ ਮਾਪ ਹੈ। ਪ੍ਰਵੇਗ ਬਰਾਬਰ ਹੈ ਵੇਗ ਵਿੱਚ ਪਰਿਵਰਤਨ ਬਟਾ ਲੱਗਿਆ ਹੋਇਆ ਸਮਾਂ। ਜੇ ਕਿਸੇ ਵਸਤੂ ਦਾ ਵੇਗ ਆਰੰਭਿਕ ਵੇਗ u ਤੋਂ ਸਮੇਂ ਵਿੱਚ ਬਦਲਦੇ v ਹੋ ਜਾਂਦਾ ਹੈ, ਤਾਂ ਇਹ ਪ੍ਰਵੇਗ a ਹੇਠ ਲਿਖੇ ਅਨੁਸਾਰ ਹੋਵੇਗਾ। a ਬਰਾਬਰ v ਮਾਈਨਸ u ਬਟਾ t। ਇਸ ਤਰ੍ਹਾਂ ਦੀ ਗਤੀ ਨੂੰ ਪ੍ਰਵੇਗਿਤ ਗਤੀ ਕਿਹਾ ਜਾਂਦਾ ਹੈ। ਜੇਕਰ ਪ੍ਰਵੇਗ ਵੇਗ ਦੀ ਦਿਸ਼ਾ ਵਿੱਚ ਹੈ ਤਾਂ ਇਸ ਨੂੰ ਧਨਾਤਮਕ ਲਿਆ ਜਾਂਦਾ ਹੈ, ਪਰ ਜੇਕਰ ਇਹ ਵੇਗ ਦੇ ਉਲਟ ਦਿਸ਼ਾ ਵਿੱਚ ਹੈ ਤਾਂ ਇਸ ਨੂੰ ਰਿਣਾਤਮਕ ਲਿਆ ਜਾਂਦਾ ਹੈ। ਪ੍ਰਵੇਗ ਦੀ ਇਕਾਈ ਮੀਟਰ ਪਰ ਸੈਕਿੰਡ ਸਕੁਅਰ ਹੈ। ਜੇਕਰ ਕੋਈ ਵਸਤੂ ਸਰਲ ਰੇਖਾ ਵਿੱਚ ਚੱਲਦੀ ਹੈ ਅਤੇ ਇਸ ਦਾ ਵੇਗ ਬਰਾਬਰ ਸਮੇਂ ਅੰਤਰਾਲਾਂ ਵਿੱਚ ਬਰਾਬਰ ਮਾਤਰਾ ਵਿੱਚ ਘਟਦਾ ਜਾਂ ਵੱਧਦਾ ਹੈ, ਤਾਂ ਵਸਤੂ ਦੇ ਪ੍ਰਵੇਗ ਨੂੰ ਇੱਕ ਸਮਾਨ ਪ੍ਰਵੇਗ ਕਿਹਾ ਜਾਂਦਾ ਹੈ। ਸੁਤੰਤਰ ਰੂਪ ਵਿੱਚ ਆਪਣੇ ਆਪ ਡਿੱਗਦੀ ਹੋਈ ਵਸਤੂ ਇੱਕ ਸਮਾਨ ਪ੍ਰਵੇਗ ਦੀ ਉਦਾਹਰਣ ਹੈ। ਦੂਜੇ ਪਾਸੇ ਵਸਤੂ ਅਪਸਮਾਨ ਪ੍ਰਵੇਗ ਨਾਲ ਚੱਲ ਸਕਦੀ ਹੈ ਜੇ ਉਸ ਦਾ ਵੇਗ ਅਸਮਾਨ ਦਰ ਨਾਲ ਬਦਲਦਾ ਹੈ। ਉਦਾਹਰਣ ਦੇ ਤੌਰ ਤੇ, ਜੇਕਰ ਇੱਕ ਕਾਰ ਸਿੱਧੀ ਸੜਕ ਤੇ ਚੱਲਦੇ ਹੋਏ ਬਰਾਬਰ ਸਮੇਂ ਅੰਤਰਾਲਾਂ ਵਿੱਚ ਅਸਮਾਨ ਦਰ ਨਾਲ ਚੱਲਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਕਾਰ ਅਸਮਾਨ ਪ੍ਰਵੇਗ ਨਾਲ ਗਤੀਮਾਨ ਹੈ। ਇੱਕ ਸਮਾਨ ਚੱਕਰਾਕਾਰ ਗਤੀ। ਬੱਚਿਓ, ਇਸ ਪਾਠ ਵਿੱਚ ਅਸੀਂ ਗਤੀ ਦੀ ਸਭ ਤੋਂ ਆਸਾਨ ਅਤੇ ਸਰਲ ਕਿਸਮ ਪੜ੍ਹੀ ਹੈ, ਜੋ ਹੈ ਸਰਲ ਰੇਖੀ ਗਤੀ। ਇਸ ਵਿੱਚ ਅਸੀਂ ਦੇਖਿਆ ਸੀ ਕਿ ਜਦੋਂ ਕੋਈ ਵਸਤੂ ਸਰਲ ਰੇਖੀ ਪਥ ਤੇ ਗਤੀ ਕਰਦੀ ਹੈ ਤਾਂ ਅਸੀਂ ਉਸ ਗਤੀ ਨੂੰ ਸਰਲ ਰੇਖੀ ਗਤੀ ਕਹਿੰਦੇ ਹਾਂ। ਹੁਣ ਆਪਾਂ ਦੇਖਾਂਗੇ ਸਮਾਨ ਚੱਕਰਾਕਾਰ ਗਤੀ। ਨਾਮ ਤੋਂ ਹੀ ਪਤਾ ਲੱਗਦਾ ਹੈ, ਚੱਕਰਾਕਾਰ ਗਤੀ ਮਤਲਬ
ਵਸਤੂ ਦਾ ਇੱਕ ਚੱਕਰਾਕਾਰ ਪਥ ਤੇ ਗਤੀ ਕਰਨਾ। ਸਮਾਨ ਤੋਂ ਭਾਵ ਹੈ ਕਿ ਉਸ ਦੀ ਚਾਲ ਪੂਰੇ ਚੱਕਰ ਦੌਰਾਨ ਇੱਕ ਸਮਾਨ ਹੋਵੇ। ਇਸ ਤਰ੍ਹਾਂ ਦੀ ਗਤੀ ਨੂੰ ਅਸੀਂ ਇੱਕ ਸਮਾਨ ਚੱਕਰਾਕਾਰ ਗਤੀ ਕਹਿ ਦਿੰਦੇ ਹਾਂ। ਉਦਾਹਰਨ ਦੇ ਤੌਰ ਤੇ ਧਰਤੀ ਦਾ ਸੂਰਜ ਦੇ ਦੁਆਲੇ ਘੁੰਮਣਾ। ਅਸੀਂ ਜਾਣਦੇ ਹਾਂ ਕਿ ਕਿਸੇ ਵਸਤੂ ਦੇ ਵੇਗ ਵਿੱਚ ਪਰਿਵਰਤਨ ਦੋ ਕਾਰਨਾਂ ਕਰਕੇ ਹੋ ਸਕਦਾ ਹੈ। ਇੱਕ ਵੇਗ ਦੀ ਮਾਤਰਾ ਵਿੱਚ ਪਰਿਵਰਤਨ ਜਾਂ ਫਿਰ ਗਤੀ ਦੀ ਦਿਸ਼ਾ ਵਿੱਚ ਪਰਿਵਰਤਨ, ਤੇ ਜਾਂ ਫਿਰ ਦੋਵਾਂ ਵਿੱਚ ਪਰਿਵਰਤਨ ਕਾਰਨ ਵੀ ਹੋ ਸਕਦਾ ਹੈ। ਜਦੋਂ ਕਿਸੇ ਵੀ ਕਾਰਨ ਕਰਕੇ ਵੇਗ ਪਰਿਵਰਤਿਤ ਹੁੰਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਉਹ ਵਸਤੂ ਪ੍ਰਵੇਗਿਤ ਹੋ ਰਹੀ ਹੈ। ਜੇਕਰ ਇੱਕ ਐਥਲੀਟ ਇੱਕ ਆਇਤਾਕਾਰ ਪਥ ਤੇ ਇੱਕ ਸਮਾਨ ਚਾਲ ਨਾਲ ਦੌੜਦਾ ਹੈ ਤਾਂ ਉਸ ਨੂੰ ਆਪਣੇ ਪਥ ਤੇ ਇੱਕ ਚੱਕਰ ਪੂਰਾ ਕਰਨ ਲਈ 4 ਵਾਰ ਆਪਣੀ ਗਤੀ ਦੀ ਦਿਸ਼ਾ ਬਦਲਣੀ ਪਵੇਗੀ। ਇਸੇ ਤਰ੍ਹਾਂ ਇੱਕ 6 ਭੁਜੀ ਪਥ ਦਾ ਚੱਕਰ ਪੂਰਾ ਕਰਨ ਲਈ ਉਸ ਐਥਲੀਟ ਨੂੰ 6 ਵਾਰੀ ਆਪਣੀ ਦਿਸ਼ਾ ਬਦਲਣੀ ਪਵੇਗੀ। ਸੋ ਭੁਜਾਵਾਂ ਦੀ ਗਿਣਤੀ ਵਧਣ ਨਾਲ ਦੌੜਾਕ ਨੂੰ ਉਨੀ ਹੀ ਵੱਧ ਗਿਣਤੀ ਵਿੱਚ ਦਿਸ਼ਾ ਬਦਲਣੀ ਪਵੇਗੀ। ਹੁਣ ਜੇ ਭੁਜਾਵਾਂ ਨੂੰ ਅਨਿਸ਼ਚਿਤ ਢੰਗ ਨਾਲ ਵਧਾ ਦਈਏ, ਭਾਵ ਭੁਜਾਵਾਂ ਦੀ ਲੰਬਾਈ ਘਟਾ ਕੇ ਇੱਕ ਬਿੰਦੂ ਸਮਾਨ ਕਰਕੇ ਜੋੜੀਏ, ਤਾਂ ਉਸ ਪਥ ਦਾ ਆਕਾਰ ਲਗਭਗ ਇੱਕ ਚੱਕਰਾਕਾਰ ਦੇ ਸਮਾਨ ਹੋ ਜਾਵੇਗਾ। ਜੇ ਦੌੜਾਕ ਇਸ ਚੱਕਰਾਕਾਰ ਪਥ ਤੇ ਕਿਸੇ ਸਮਾਨ ਮਾਤਰਾ ਵਾਲੇ ਵੇਗ ਨਾਲ ਦੌੜਦਾ ਹੈ ਤਾਂ ਉਸ ਦੇ ਵੇਗ ਵਿੱਚ ਤਬਦੀਲੀ ਸਿਰਫ ਗਤੀ ਦੀ ਦਿਸ਼ਾ ਬਦਲਣ ਨਾਲ ਹੁੰਦੀ ਹੈ। ਇਸ ਤਰ੍ਹਾਂ ਚੱਕਰਾਕਾਰ ਪਥ ਤੇ ਦੌੜਦਾ ਇੱਕ ਐਥਲੀਟ ਪ੍ਰਵੇਗਿਤ ਗਤੀ ਦੀ ਹੀ ਇੱਕ ਉਦਾਹਰਣ ਹੈ। ਅਸੀਂ ਜਾਣਦੇ ਹਾਂ ਕਿ ਅਰਧ ਵਿਆਸ r ਵਾਲੇ ਚੱਕਰ ਦਾ ਘੇਰਾ 2πr ਹੁੰਦਾ ਹੈ। ਜੇਕਰ ਦੌੜਾਕ ਅਰਧ ਵਿਆਸ r ਵਾਲੇ ਇੱਕ ਚੱਕਰ ਨੂੰ ਇੱਕ ਵਾਰ ਪੂਰਾ ਕਰਨ ਨੂੰ 30 ਸੈਕਿੰਡ ਦਾ ਟਾਈਮ ਲੈਂਦਾ ਹੈ ਤਾਂ ਚਾਲ v ਹੋਵੇਗੀ 2πr/t। ਤਾਂ ਦੇਖਿਆ ਬੱਚਿਓ, ਯਾਦ ਰਹੇ, ਜਦੋਂ ਇੱਕ ਵਸਤੂ ਇੱਕ ਸਮਾਨ ਚਾਲ ਨਾਲ ਇੱਕ ਚੱਕਰਾਕਾਰ ਪਥ ਤੇ ਚੱਲਦੀ ਹੈ ਤਾਂ ਇਸ ਦੀ ਗਤੀ ਨੂੰ ਇੱਕ ਸਮਾਨ ਚੱਕਰਾਕਾਰ ਗਤੀ ਕਿਹਾ ਜਾਂਦਾ ਹੈ। ਵਸਤੂ ਦੇ ਚੱਕਰਾਕਾਰ ਗਤੀ ਦੀਆਂ ਕਈ ਉਦਾਹਰਨਾਂ ਹਨ, ਜਿਵੇਂ ਚੰਦਰਮਾ ਅਤੇ ਪ੍ਰਿਥਵੀ ਦੀ ਗਤੀ, ਪ੍ਰਿਥਵੀ ਦੇ ਆਲੇ ਦੁਆਲੇ ਚੱਕਰਾਕਾਰ ਪਥ ਵਿੱਚ ਘੁੰਮਦਾ ਹੋਇਆ ਇੱਕ ਉਪਗ੍ਰਹਿ, ਇੱਕ ਗੋਲ ਘੁੰਮਦਾ ਹੋਇਆ ਝੂਲਾ, ਤੇ ਬੱਚਿਓ, ਤੁਸੀਂ ਧਾਗੇ ਦੇ ਅੱਗੇ ਪੱਥਰ ਬੰਨ੍ਹ ਕੇ ਗੋਲ-ਗੋਲ ਜ਼ਰੂਰ ਘੁਮਾਇਆ ਹੋਵੇਗਾ ਅਤੇ ਜਦੋਂ ਤੁਸੀਂ ਇਸ ਨੂੰ ਅਚਾਨਕ ਛੱਡਦੇ ਹੋ ਤਾਂ ਇਹ ਸਿੱਧਾ ਚਲਾ ਜਾਂਦਾ ਹੈ, ਹੈ ਨਾ? ਠੀਕ ਉਸੇ ਤਰ੍ਹਾਂ ਜਦੋਂ ਕੋਈ ਐਥਲੀਟ ਗੋਲ-ਗੋਲ ਘੁੰਮ ਕੇ ਡਿਸਕ ਨੂੰ ਛੱਡਦਾ ਹੈ ਤਾਂ ਡਿਸਕ ਵੀ ਸਿੱਧੀ ਹੀ ਜਾਂਦੀ ਹੈ। ਅਸਲ ਵਿੱਚ ਛੱਡੇ ਜਾਣ ਤੇ ਪੱਥਰ ਜਾਂ ਡਿਸਕ ਚੱਕਰਾਕਾਰ ਪਥ ਨਾਲ ਬਣਦੀ ਸਪਰਸ਼ ਰੇਖਾ ਵੱਲ ਇੱਕ ਸਰਲ ਰੇਖਾ ਤੇ ਗਤੀ ਕਰਦਾ ਹੈ। ਇਹ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਪੱਥਰ ਨੂੰ ਛੱਡਿਆ ਜਾਂਦਾ ਹੈ ਤਾਂ ਇਹ ਉਸੇ ਦਿਸ਼ਾ ਵਿੱਚ ਚੱਲਦਾ ਰਹਿੰਦਾ ਹੈ ਜਿਸ ਦਿਸ਼ਾ ਵਿੱਚ ਉਹ ਉਸ ਪਲ ਗਤੀ ਕਰ ਰਿਹਾ ਸੀ। ਅਲੱਗ-ਅਲੱਗ ਦਿਸ਼ਾ 'ਚ ਪੱਥਰ ਛੱਡਿਆ ਜਾਵੇ ਤਾਂ ਉਹ ਅਲੱਗ-ਅਲੱਗ ਦਿਸ਼ਾ ਵਿੱਚ ਗਤੀ ਕਰਦਾ ਹੈ।